ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜ ਚੁੱਕੇ ਹੋ ਨੇਸ਼ਨ ਪੋਸਟ ਨਾਲ। ਇਸ ਵਕਤ ਅਸੀਂ ਜਲੰਧਰ ਦੇ ਖਾਲਸਾ ਕਾਲਜ ਫਾਰ ਵੂਮਨ ਦੇ ਵਿੱਚ ਖੜੇ ਹਾਂ, ਜਿੱਥੇ ਦੀਆਂ ਵਿਦਿਆਰਥਣਾਂ ਅੱਜ ਕਨਵੈਨਸ਼ਨ ਦੇ ਵਿੱਚ ਹਿੱਸਾ ਲੈ ਰਹੀਆਂ ਨੇ ਤੇ ਕੁਝ ਵਿਦਿਆਰਥਣਾਂ ਜਿਹੜੀਆਂ ਨੇ ਸਾਡੇ ਕੋਲ ਖੜੀਆਂ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਹੁਤ ਚੰਗਾ ਲੱਗਿਆ ਕਿ ਜਦੋਂ ਉਹਨਾਂ ਨੇ ਆਪਣੇ ਮੂੰਹ ਦੇ ਉੱਪਰ ਦੇਖੀਏ ਤੁਸੀਂ, ਉਹਨਾਂ ਨੇ ਆਪਣੀ ਚੀਕਸ ਦੇ ਉੱਪਰ ਪ੍ਰਾਊਡ ਫਾਰਮਰਸ ਐਂਡ ਤਿਰੰਗਾ ਤੋਂ ਉਸ ਤੋਂ ਇਲਾਵਾ ਨੋ ਫਾਰਮਰ ਨੋ ਫੂਡ ਵਰਗੇ ਚੀਜ਼ਾਂ ਜਿਹੜੀਆਂ ਨੇ, ਟਰੈਕਟਰਸ ਵਗੈਰਾ ਜਿਹੜੇ ਨੇ ਉਹ ਬਣਾਏ ਹੋਏ ਨੇ। ਸੋ ਮੈਂ ਕੈਮਰਾ ਸਾਥੀ ਨੂੰ ਕਹੂੰਗਾ ਬਿਲਕੁਲ ਕਲੋਜ਼ ਕਰਕੇ ਉਹ ਇਹਨਾਂ ਚੀਜ਼ਾਂ ਨੂੰ ਦਿਖਾਣ। ਇਹ ਅਗਰ ਵਿਦਿਆਰਥੀ ਪੜ੍ਹਿਆ ਲਿਖਿਆ ਵਿਦਿਆਰਥੀ ਜਿਹੜਾ ਅੱਗੇ ਦੇਸ਼ ਦੀ ਵਾਗਡੋਰ ਜਿਹਨੇ ਸੰਭਾਲਣੀ ਆ, ਜਿਹਦੇ ਹੱਥਾਂ ਦੇ ਦੇਸ਼ ਦੀ ਵਾਗਡੋਰ ਹੋਣੀ, ਹੋ ਸਕਦਾ ਇਹਨਾਂ ਦੇ ਵਿੱਚੋਂ ਕੋਈ IAS ਅਫਸਰ ਬਣੇਗਾ, ਕੋਈ IPS ਬਣੇਗਾ, ਕੋਈ PCS ਬਣੇਗਾ। ਸੋ ਕੋਈ ਰਾਜਨੇਤਾ ਵੀ ਬਣ ਸਕਦਾ ਤੇ ਕੋਈ ਇਸ ਦੇਸ਼ ਦਾ ਪ੍ਰਧਾਨ ਮੰਤਰੀ ਦਾ ਰਾਸ਼ਟਰਪਤੀ ਵੀ ਬਣ ਸਕਦਾ। ਸੋ ਕੋਈ ਵੀ ਇਹਨਾਂ ਦੇ ਕੋਲ ਜ਼ਿੰਮੇਵਾਰੀ ਆ ਸਕਦੀ, ਵੱਡੀ ਜ਼ਿੰਮੇਵਾਰੀ। ਸੋ ਇਹ ਵੀ ਉਸ ਦੇਸ਼ ਦੇ ਉਸ ਪ੍ਰਧਾਨ ਮੰਤਰੀ ਵੱਲ ਦੇਖ ਰਹੇ ਨੇ ਕਿ ਆਉਣ ਵਾਲਾ ਭਵਿੱਖ ਸਾਡਾ ਕਿੰਨਾ ਹੱਥਾਂ ਦੇ ਵਿੱਚ ਹੈ। ਸੋ ਅੱਜ ਸਾਡੇ ਨਾਲ ਇਹੋ ਜਿਹੀਆਂ ਹਰਕਤਾਂ ਸਰਕਾਰਾਂ ਕਿਉਂ ਕਰ ਰਹੀਆਂ ਨੇ, ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬੱਚਿਓ। ਸਤਿ ਸ਼੍ਰੀ ਅਕਾਲ ਅੰਕਲ। ਸੋ ਅੱਜ ਤੁਸੀਂ ਇਹ ਆਪਣੇ ਟੈਟੂਸ ਜਿਹੜੇ ਨੇ ਮੂੰਹ ਦੇ ਉੱਤੇ ਲਗਾਏ ਹੋਏ ਨੇ, ਸੋ ਕਿਵੇਂ ਦਾ ਮਹਿਸੂਸ ਹੋ ਰਿਹਾ? ਪ੍ਰਾਊਡ ਫੀਲ ਕਰ ਰਹੇ ਹੋ? ਹਾਂਜੀ, ਅਸੀਂ ਬਹੁਤ ਪ੍ਰਾਊਡ ਫੀਲ ਕਰਦੇ ਹਾਂ ਕਿ ਅਸੀਂ ਕਿਸਾਨਾਂ ਦੇ ਨਾਲ ਆ। ਸੋ ਤੁਹਾਡਾ ਪਰਿਵਾਰ ਕਿਸਾਨੀ ਨਾਲ ਜੁੜਿਆ ਹੋਇਆ ਜਾਂ ਨਹੀਂ? ਕਿਸਾਨਾਂ ਨਾਲ ਤੇ ਚਲੋ ਸਾਡੇ ਤੋਂ ਜ਼ਮੀਨ ਤੇ ਚਲੋ ਖੇਤੀਬਾੜੀ ਨਹੀਂ ਆ, ਪਰ ਫਿਰ ਵੀ ਅਸੀਂ ਕਿਸਾਨਾਂ ਦੇ ਨਾਲ ਆ। ਬਿਲਕੁਲ। ਸੋ ਬੱਚੇ, ਅੱਜ ਤੁਸੀਂ ਤੁਹਾਡੇ ਕਾਲਜ ਦੇ ਵਿੱਚ ਜਿਹੜੀ ਕਨਵੈਨਸ਼ਨ ਹੋ ਰਹੀ ਆ, ਉਹਦੇ ਕਰਕੇ ਤੁਸੀਂ ਆਪਣੇ ਟੈਟੂਸ ਜਿਹੜੇ ਨੇ ਉਹ ਲਗਾਏ ਹੋਏ ਨੇ, ਜਾਂ ਵੈਸੇ ਹੀ ਤੁਹਾਡੇ ਮਨ ਦੇ ਵਿੱਚ ਹੈਗਾ ਕਿ ਨਹੀਂ ਕਿਸਾਨ ਜੋ ਲੜ ਰਿਹਾ ਬਿਲਕੁਲ ਰਾਈਟ ਹੈ, ਸੋ ਉਹਨਾਂ ਨੂੰ ਕਿਤੇ ਜਿਹੜਾ ਡੈਡੀਕੇਟ ਕਰ ਦਿਓ ਸੀ? ਨਹੀਂ, ਅਸੀਂ ਮਤਲਬ ਫੰਕਸ਼ਨ ਦਾ ਕਰਕੇ ਨਹੀਂ ਲਗਾ ਰਹੇ ਹਾਂ। ਸਾਡੇ ਵੀ ਦਿਲ ਵਿੱਚ ਆ ਕਿਸਾਨਾਂ ਨਾਲ ਜੋ ਹੋ ਰਿਹਾ ਹੈ ਉਹ ਨਹੀਂ ਹੋ ਰਿਹਾ, ਵਧੀਆ ਨਹੀਂ, ਚੰਗਾ ਨਹੀਂ ਹੋ ਰਿਹਾ। ਸੋ ਬਿਲਕੁਲ ਬੱਚੇ, ਤੁਸੀਂ ਆਪਣੇ ਮਨ ਦੀਆਂ ਭਾਵਨਾਵਾਂ ਉਹਨਾਂ ਨੂੰ ਵਿਅਕਤ ਕਰੋ ਕਿ ਜੋ ਸਾਡੀ ਦੇਸ਼ ਦੀ ਇਸ ਟਾਈਮ ਕੇਂਦਰ ਸਰਕਾਰ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਰ ਰਹੇ ਨੇ, ਕੀ ਉਹ ਸਹੀ ਹੈ? मैं कहना चाहूँगी कि जो भी हो रहा बहुत गलत हो रहा। देश ਵਿੱਚ ਬੈਠੇ ਹਰ ਇੱਕ ਜਿਹੜਾ ਵਿਅਕਤੀ ਹੈ ਉਹਦੀ ਰੂਹ ਕੰਬ ਰਹੀ ਹੈ। ਜੋ ਚੀਜ਼ ਦਿੱਲੀ ਦੇ ਵਿੱਚ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ, ਇਹ ਹਾਲਤ ਹੈ ਕਿ ਇਹ ਹੈ ਕਿ ਉੱਥੇ ਦੀ ਜਿਹੜੀ ਸਹੀ ਜਿਹੜੀ ਉਹ ਪ੍ਰਦਰਸ਼ਨ ਹੈ ਉਹ ਨਹੀਂ ਦਿਖਾਇਆ ਜਾ ਰਿਹਾ ਮੀਡੀਆ ਤੇ ਵੀ। ਮੈਂ ਕਹਿਣਾ ਚਾਹੂੰਗੀ ਸੌਰੀ, ਯੈਸ ਵੀਡੀਓ, ਬਿਲਕੁਲ, ਕਿ ਇਹ ਚੀਜ਼ ਜਿਹੜੀ ਹੈ ਬਿਲਕੁਲ ਸਾਰੇ ਲੋਕਾਂ ਨੂੰ ਦਿਖਾਣੀ ਚਾਹੀਦੀ ਹੈ ਕਿ ਜੇ ਜਿੱਥੇ ਗਲਤ ਵੀ ਹੋ ਰਿਹਾ ਉਹ ਵੀ ਦਿਖਾਇਆ ਜਾਏ, ਜਿੱਥੇ ਸਹੀ ਹੋ ਰਿਹਾ ਉਹ ਵੀ ਦਿਖਾਇਆ ਜਾਏ। ਕਿਸਾਨਾਂ ਦੇ ਨਾਲ ਇਸ ਟਾਈਮ ਸਾਰਾ ਦੇਸ਼ ਜੁੜਿਆ ਹੋਇਆ ਹੈ ਔਰ ਸਾਰੇ ਦੇਸ਼ ਨੂੰ ਹੀ ਕਿਸਾਨਾਂ ਦੇ ਨਾਲ ਜੁੜਨਾ ਵੀ ਚਾਹੀਦਾ ਸੀ ਮੇ ਬੀ, ਤੇ ਦੇਸ਼ ਜੁੜਿਆ ਵੀ ਹੋਇਆ, ਕਿਉਂਕਿ ਅਗਰ ਕਿਸਾਨ ਨਹੀਂ ਹੋਣਗੇ ਤਾਂ ਸਾਨੂੰ ਫੂਡ ਨਹੀਂ ਮਿਲ ਸਕਦਾ, ਅਸੀਂ ਨਹੀਂ ਜ਼ਿੰਦਾ ਰਹਿ ਸਕਦੇ। ਇਸ ਟਾਈਮ ਇਹ ਨਹੀਂ ਕਿ ਕਿਸਾਨਾਂ ਦੇ ਨਾਲ ਸਿਰਫ ਕਿਸਾਨੀ ਪਰਿਵਾਰ ਹੀ ਨੇ, ਕਿਸਾਨਾਂ ਦੇ ਨਾਲ NRI ਵੀਰ ਵੀ ਨੇ, ਕਿਸਾਨਾਂ ਦੇ ਨਾਲ ਸਾਡੇ ਵਰਗੇ ਸਟੂਡੈਂਟਸ ਵੀ ਨੇ, ਕਿਸਾਨਾਂ ਦੇ ਨਾਲ ਦੇਸ਼ ਦਾ ਹਰ ਇੱਕ ਉਹ ਵਿਅਕਤੀ ਜੁੜਿਆ ਹੋਇਆ ਜਿਹੜਾ ਕਿ ਖਾਣਾ ਖਾਂਦਾ ਹੈ ਔਰ ਮੇਰੇ ਹਿਸਾਬ ਨਾਲ ਜੁੜਨਾ ਵੀ ਚਾਹੀਦਾ ਹੈ। ਤੋ ਇਹ ਜਿਹੜੇ ਕਾਲੇ ਕਾਨੂੰਨ ਮੋਦੀ ਜੀ ਵੱਲੋਂ ਜਾਰੀ ਕੀਤੇ ਗਏ ਹਨ, ਕਿ ਮੈਂ ਮੋਦੀ ਜੀ ਨੂੰ ਇਹੀ ਰਿਕੁਐਸਟ ਕਰਨਾ ਚਾਹਾਂਗੀ ਕਿ ਤੁਸੀਂ ਇਹ ਕਾਲੇ ਕਾਨੂੰਨ ਜਲਦੀ ਤੋਂ ਜਲਦੀ ਰੱਦ ਕਰ ਦਿਓ, ਤਾਂ ਜੋ ਕਿਸਾਨੀ ਵੀਰ ਆਪਣੇ ਸਾਡੇ ਲਈ ਜੋ ਪ੍ਰੋਟੈਸਟ ਕਰਦੇ ਹਨ ਉਹ ਆਪਣਾ ਕਰਨ। ਔਰ ਕਿਸਾਨਾਂ ਵੀਰਾਂ ਨੂੰ ਇਹੀ ਹੈ ਕਿ ਜਦ ਤੱਕ ਮੋਦੀ ਜੀ ਹਾਰ ਨਹੀਂ ਮੰਨਦੇ ਤੁਸੀਂ ਡਟੇ ਰਹੋ, ਕੁਛ ਨਹੀਂ ਹੋ ਸਕਦਾ, ਮੋਦੀ ਜੀ ਨੂੰ ਹਾਰ ਮੰਨਣੀ ਹੀ ਪੈਣੀ। ਤੁਹਾਡਾ ਪਰਿਵਾਰ ਕਿਸਾਨੀ ਨਾਲ ਜੁੜਿਆ ਹੋਇਆ ਜਾਂ ਨਹੀਂ ਜੁੜਿਆ ਹੋਇਆ? ਨੋ ਸਰ, ਮੇਰਾ ਪਰਿਵਾਰ ਕਿਸਾਨੀ ਨਾਲ ਨਹੀਂ ਜੁੜਿਆ ਹੋਇਆ, ਬਟ ਅਸੀਂ ਕਿਸਾਨ ਦੇ ਨਾਲ ਜੁੜੇ ਹੋਏ ਹਾਂ। ਕਿਉਂਕਿ ਤੁਸੀਂ ਰੋਟੀ ਖਾਂਦੇ ਹੋ? ਅਸੀਂ ਰੋਟੀ ਖਾਂਦੇ ਹਾਂ, ਸਾਨੂੰ ਉਹਨਾਂ ਤੋਂ ਹੀ ਜੀਵਨ ਮਿਲਦਾ ਹੈ, ਅਸੀਂ ਉਹਨਾਂ ਦੇ ਨਾਲ ਹੀ ਇੱਥੋਂ ਤੱਕ ਪਹੁੰਚੇ ਹਾਂ। ਬਚਪਨ ਤੋਂ ਲੈ ਕੇ ਹੁਣ ਤੱਕ ਅਸੀਂ ਰੋਟੀ ਨਾਲ ਹੀ ਜਿੰਦੇ ਆ ਰਹੇ। ਅਗਰ ਸਾਡੀ ਰੋਟੀ ਨੂੰ ਹੀ ਖਤਮ ਕਰ ਦਿੱਤਾ ਜਾਏਗਾ, ਕਿਸਾਨਾਂ ਦੀ ਹੋਂਦ ਨੂੰ ਹੀ ਖਤਮ ਕਰ ਦਿੱਤਾ ਜਾਏਗਾ, ਤਾਂ ਅਸੀਂ ਕਿੱਦਾਂ ਜੀਵਿਤ ਰਹਿ ਸਕਦੇ ਹਾਂ? ਅਸੀਂ ਕਿਸਾਨਾਂ ਨਾਲ ਓਬਵੀਅਸਲੀ ਜੁੜੇ ਹੋਏ ਹਾਂ। ਪਰ ਬਿਲਕੁਲ, ਦੇਖੋ ਸਾਡੀਆਂ ਇਹ ਬੱਚੀਆਂ ਬੜੇ ਮਾਣ ਨਾਲ ਇਹ ਗੱਲ ਕਹਿ ਰਹੀਆਂ ਨੇ ਕਿ ਅਸੀਂ ਕਿਸਾਨਾਂ ਨਾਲ ਜੁੜੇ ਹੋਏ ਹਾਂ, ਭਾਵੇਂ ਕਿ ਅਸੀਂ ਕਿਸਾਨੀ ਨਾਲ ਨਹੀਂ ਜੁੜੇ ਪਰ ਕਿਸਾਨਾਂ ਨਾਲ ਸਿੱਧੇ ਤੌਰ 'ਤੇ ਜੁੜੇ ਹਾਂ, ਕਿਉਂਕਿ ਅਸੀਂ ਜੋ ਖਾਣਾ ਖਾਂਦੇ ਹਾਂ ਉਹ ਕਿਸਾਨਾਂ ਦੁਆਰਾ ਪੈਦਾ ਕੀਤਾ ਹੋਇਆ। ਸੋ ਹੋਰ ਵੀ ਬੱਚੀਆਂ ਨੇ। ਸੋ ਬੱਚੇ, ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਕੀ ਆਸਾਂ ਰੱਖਦੇ ਹੋ? ਦੇਖੋ ਤਕਰੀਬਨ ਦੂਸਰੀ ਵਾਰ ਨਰਿੰਦਰ ਮੋਦੀ ਜਿਹੜੇ ਨੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ। ਤੁਹਾਨੂੰ ਲੱਗਦਾ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਾਂ ਉਹ ਮੋਦੀ सरकार ਦੇ ਪ੍ਰਧਾਨ ਮੰਤਰੀ ਨੇ? अभी जिस तरह से हालात दिखा रहे हैं उससे तो यही लग रहा है कि वो मोदी सरकार के प्रधानमंत्री हैं। उनको हमने चुना है, इंडिया डेमोक्रेसी पे चलता है, हमने चुना है क्योंकि उन्होंने पहले अच्छे काम किए थे। उनका हमने ये रूप नहीं देखा कि वो किसानों को ऐसे हार्म कर सकते हैं। तो इससे देख के तो यही लग रहा है कि वो देश के लिए नहीं काम कर रहे, वो सिर्फ मोदी सरकार के लिए कर रहे हैं।
सो आपको ऐसे नहीं लगता बड़ा थोड़ा समय एक यू ऑल आर वेल एजुकेटेड, आज की डेट में किसी बच्चे को लॉलीपॉप या किसी लड़की को बच्चे को लॉलीपॉप दिया जाता है, उसके बाद में उसके साथ जो खिलवाड़ किया जाता है, सो आपको नहीं लगता कि नरेंद्र मोदी ने भी ऐसे ही किया, पहले 5 साल कुछ और दिखाया, तो इस बार वो कहीं ना कहीं लोगों के साथ जैसे एक बच्ची के साथ रेप होता है तो लोगों के साथ, देश वालों के लोगों के साथ उन्होंने रेप किया है? पहले तो जब मैं छोटी थी मेरे साथ भी ऐसा होने की कोशिश हो रही थी, लेकिन मेरे को मेरी फैमिली ने समझाया था कि जब कुछ ऐसा हो तो तुम्हें खुद पे डिपेंडेंट नहीं, तुम्हें खुद पे ही इंडिपेंडेंट रह के उनसे लड़ना है। तो मैंने उनके आंखों में मिट्टी डाल दी और मैं भाग गई। उन्होंने मुझे बहाना दिया था कि तुम्हारे घर पे तुम्हारे पेरेंट्स बुला रहे हैं तुम्हें, तो तुम मेरे साथ चलो। तो उसके बाद मैंने पुलिस में भी बताया, उनको गिरफ्तार करवाया। तो देखा जाए तो मोदी सरकार भी हमारी आंखों में ऐसे धूल ही झोंक रही है। सो बिल्कुल बच्चे ਦੇ ਮੈਂ ਬਿਲਕੁਲ ਸਲੂਟ ਕਰਦਾ ਮੈਂ ਇਸ ਬੱਚੀ ਨੂੰ ਕਿ ਉਹਦੇ ਬਚਪਨ ਦੇ ਵਿੱਚ ਜੋ ਇਨਸੀਡੈਂਟ ਹੈਪਨ ਹੋ ਰਿਹਾ ਸੀਗਾ, ਪਰ ਉਹਦੀ ਸਮਝਦਾਰੀ, ਉਹਦੀ ਸੂਝ-ਬੂਝ ਨੇ ਆਪਣੇ ਆਪ ਨੂੰ ਬਚਾਇਆ। ਪਰ ਨੈਚੁਰਲੀ ਮੇਰਾ ਸਵਾਲ ਕੁਝ ਹੋਰ ਸੀ, ਪਰ ਸਵਾਲਾਂ ਦੇ ਵਿੱਚ ਜੋ ਅੱਜ ਸਾਡੀ ਸਰਕਾਰ ਕਰ ਰਹੀ ਹੈ ਉਹਦਾ ਸੱਚ ਸਾਹਮਣੇ ਆ ਰਿਹਾ। ਸੋ ਬੱਚੇ ਤੁਸੀਂ ਦੱਸੋ ਕਿ ਜਿਹੜੀ ਇਸ ਵਕਤ ਦੀ ਜਿਹੜੀ ਸਾਡੀ ਸਰਕਾਰ ਹੈ, ਤੁਹਾਨੂੰ ਇਹ ਤੋਂ ਕੀ ਉਮੀਦਾਂ ਨੇ? ਤੁਸੀਂ ਮੰਨਦੇ ਹੋ ਕਿ ਪੜ੍ਹੇ ਲਿਖੇ ਲੋਕਾਂ ਦੀ ਸਰਕਾਰ ਹੈ ਜਾਂ ਅਨਪੜ੍ਹ ਗਵਾਰ ਲੋਕਾਂ ਦੇ ਹੱਥਾਂ ਦੇ ਵਿੱਚ ਸਰਕਾਰ ਹੈ? ਅਗਰ ਕੋਈ ਖੇਤੀ ਮੰਤਰੀ ਹੈ ਤਾਂ ਉਹਦਾ ਖੇਤੀ ਨਾਲ ਕਿੱਦਾਂ ਉਹ ਜੁੜਿਆ ਹੋਇਆ, ਕਿਆ ਉਹਦੇ ਵਿੱਚ ਉਹਦੀ ਮਹਾਰਤ ਹਾਸਲ ਹੈ ਜਾਂ ਨਹੀਂ ਹੈ? ਅਗਰ ਕੋਈ ਐਜੂਕੇਸ਼ਨ ਮਿਨਿਸਟਰ ਤੇ ਉਹ ਐਜੂਕੇਸ਼ਨ ਦੇ ਵਿੱਚ ਉਹਦਾ ਕੀ ਯੋਗਦਾਨ ਰਿਹਾ ਜ਼ਿੰਦਗੀ ਦੇ ਵਿੱਚ? ਸੋ ਅਗਰ ਕੋਈ ਲਾਅ ਮਿਨਿਸਟਰ ਹੈ ਤਾਂ ਉਹਦਾ ਲਾਅ ਦੇ ਨਾਲ ਕੋਈ ਜੁੜਿਆ ਹੋਇਆ ਸਿੱਧਾ ਸੰਬੰਧ ਸੀ ਪਿਛਲੇ ਪਾਸਿਓਂ ਕਿਤੇ ਨਾ ਕਿਤੇ? ਤੁਹਾਨੂੰ ਲੱਗਦਾ ਇੱਦਾਂ ਦਾ? ਪਹਿਲੀ ਗੱਲ ਤਾਂ ਇੱਥੇ ਸਾਰੇ ਇਨਸਾਨ ਨੇ, ਸਾਰਿਆਂ ਨੂੰ ਖਾਣਾ ਚਾਹੀਦਾ ਆ। ਜੇ ਸਾਡੀਆਂ ਸਰਕਾਰਾਂ ਹੀ ਇਹਨਾਂ ਦੇ ਵਿਰੁੱਧ ਹੋਣਗੇ, ਫਾਰਮਰਸ ਕੰਮ ਨਹੀਂ ਕਰਨਗੇ, ਖੇਤੀ ਨਹੀਂ ਕਰਨਗੇ, ਸਾਨੂੰ ਫੂਡ ਨਹੀਂ ਮਿਲੂਗਾ। ਅਸੀਂ ਤਾਂ ਇਹੀ ਸਰਕਾਰ ਤੋਂ ਉਮੀਦ ਕਰਦੇ ਹਾਂ ਕਿ ਉਹ ਸਾਡੇ ਨਾਲ ਸਪੋਰਟ ਕਰਨ। ਅਸੀਂ ਕਿਸਾਨਾਂ ਦੇ ਨਾਲ ਆ, ਅਸੀਂ ਰੈਲੀਆਂ ਵੀ ਬਹੁਤ ਕੱਢੀਆਂ, ਟਰੈਕਟਰ ਰੈਲੀਜ਼ ਵੀ ਹੋਈਆਂ ਸਾਡੇ ਕਾਲਜ, ਸਾਡੀਆਂ ਕਾਲਜ ਦੀਆਂ ਸਾਰੀਆਂ ਗਰਲਸ ਫਾਰਮਰਸ ਦੇ ਨਾਲ ਆ। ਅਸੀਂ ਤਾਂ ਇਹੀ ਅਪੀਲ ਕਰਦੇ ਹਾਂ ਸਰਕਾਰ ਨੂੰ ਕਿ ਫਾਰਮਰਸ ਨੂੰ ਸਪੋਰਟ ਕੀਤਾ ਜਾਵੇ। ਸੋ ਬਿਲਕੁਲ ਬੱਚੇ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਹਲੇ ਤੱਕ 2 ਸਾਲ ਸਰਕਾਰ ਦੇ ਨਿਕਲੇ ਨੇ, ਬਹੁਮਤ ਵਿੱਚ ਸਰਕਾਰ ਹੈ, 3 ਸਾਲ ਬਚੇ ਨੇ, ਤੁਹਾਨੂੰ ਕੀ ਉਮੀਦ ਹੈ ਕਿ ਸਰਕਾਰ ਕੁਝ ਚੰਗਾ ਕੰਮ ਕਰੇਗੀ ਜਾਂ ਇਸ ਤੋਂ ਵੀ ਵੱਡੇ ਲੈਵਲ ਤੇ ਡਿਕਟੇਟਰਸ਼ਿਪ ਲੈ ਕੇ ਆਏਗੀ? ਕਿਉਂਕਿ ਸਰਕਾਰ ਦੇ ਇਰਾਦੇ ਜੋ ਨਜ਼ਰ ਆ ਰਹੇ ਨੇ, ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਰੋਜ਼ ਟੀਵੀ ਤੇ ਵੀ ਦੇਖਦੇ ਹੋਵੋਗੇ, ਸੋਸ਼ਲ ਮੀਡੀਆ ਤੇ ਜੁੜੇ ਹੋਏ ਹੋ ਕਿ ਇੱਕ ਰੋਡ ਜਿਹੜੀ ਆਮ ਜਨਤਾ ਦੇ ਪੈਸੇ ਨਾਲ ਬਣਦੀ ਹੈ, ਟੈਕਸਾਂ ਨਾਲ ਬਣਦੀ ਹੈ, ਉਸ ਰੋਡ ਦੇ ਵਿੱਚ ਟੋਏ ਪੱਟ ਦਿੱਤੇ ਜਾਂਦੇ ਨੇ, ਉਸ ਰੋਡ ਦੇ ਵਿੱਚ ਕਿੱਲ ਵੱਡੇ ਵੱਡੇ ਗੱਡ ਦਿੱਤੇ ਜਾਂਦੇ ਨੇ, 4-4 ਫੁੱਟ ਚੌੜੀਆਂ ਦੀਵਾਰਾਂ ਕਰ ਦਿੱਤੀਆਂ ਜਾਂਦੀਆਂ ਨੇ। ਕਿਆ ਕੋਈ ਦੁਸ਼ਮਣ ਹੈ ਜਿਹਦੇ ਤੋਂ ਡਰ ਲੱਗਦਾ ਹੈ? मैं कहना चाहूँगी कि मोदी सरकार आज 2 साल हो चुके हैं, 2 साल बाद ही ये कुछ कर रहे हैं, तो मैनू नहीं लगता। पर मैं कह सकती हाँ कि जे साडे किसान भी डटे रहन तो मोदी सरकार अगे तो इहो जिहा कोई काम नहीं कर सकती। तो जे साडे किसान वीर ही इदा मतलब पिछे हट गए, हद की असी किसान वीरां नूं कहने तुसीं पिछे नहीं हटना, और अपना पूरा जज्बात अपनी हिम्मत दे नाल उत्थे जुटे होए हन और जुटे रहणगे। मोदी सरकार नूं असी अगे एक मौका ही नहीं देना चाहते कि कोई भी काला कानून साडे देश दे बंदियां उत्ते या देश के भगतां उत्ते सौंपे कि हाँ वो काला कानून दोबारा तो जारी कर देवे। पर किसान वीर जिहड़े ने उन्हां नूं सल्यूट है साडे वल्लों कि उत्थे इन्नियां मुश्किलां दे बावजूद भी उत्थे डटे होए ने। ते मोदी सरकार नूं यही कहना चाहूँगी कि तुसी काले कानून रद्द कर दिओ तां ही बेहतर है, क्योंकि किसान वीरां ने तां हार मननी नहीं है। तुसी चाहे सड़कां दे उत्ते किल नप्पो, चाहे उन्हां दे विच गड्ढे करो, ਇਹ ਉਹਨਾਂ ਲਈ ਬਹੁਤ ਜ਼ਿਆਦਾ ਮਤਲਬ ਕਿ ਪ੍ਰਾਊਡ ਦੀ ਗੱਲ ਹੈ ਕਿ ਉਹ ਪਾਰ ਵੀ ਕਰ ਸਕਦੇ ਨੇ ਉਸ ਚੀਜ਼ ਨੂੰ। ਮੁਸ਼ਕਿਲਾਂ ਇਹ ਕਹਾਵਤਾਂ ਸੁਣੀਆਂ ਹੋਣਗੀਆਂ ਕਿ ਮੰਜ਼ਲਾਂ ਕੰਡਿਆਂ ਵਾਲੀਆਂ ਰਸਤਿਆਂ ਦੇ ਉੱਤੋਂ ਚੱਲ ਕੇ ਹੀ ਮਿਲਦੀਆਂ ਨੇ। ਬਿਲਕੁਲ ਬਿਲਕੁਲ ਸਰ, ਸਕਸੈਸ ਪਾਉਣ ਲਈ ਬੰਦੇ ਨੂੰ ਬਹੁਤ ਕੁਝ ਕਰਨਾ ਪੈਂਦਾ। ਕਹਿੰਦੇ ਆ ਨਾ ਕਿ ਅਗਰ ਅਸੀਂ ਕਿਸੇ ਚੀਜ਼ ਕਿਸੇ ਮੰਜ਼ਿਲ ਤੱਕ ਪਹੁੰਚਣਾ ਹੈ ਤਾਂ ਬੰਦੇ ਨੂੰ ਬਹੁਤ ਕੁਝ ਅੱਗੇ ਫੇਸ ਕਰਨਾ ਪੈਂਦਾ, ਬਹੁਤ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ, ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ। ਇਸੇ ਤਰ੍ਹਾਂ ਸਾਡੇ ਕਿਸਾਨ ਵੀਰ ਵੀ ਚਾਹੇ ਉੱਥੇ 2 ਮਹੀਨੇ ਹੋ ਗਏ ਹਨ ਉਹਨਾਂ ਨੂੰ ਉੱਥੇ ਡਟੇ ਹੋਏ, ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਅੱਜ ਨਹੀਂ ਤਾਂ ਕੱਲ੍ਹ ਉਹਨਾਂ ਨੂੰ ਜਿੱਤ ਪ੍ਰਾਪਤ ਹੋਏਗੀ। ਤੁਸੀਂ ਗਏ ਉਸ ਅੰਦੋਲਨ ਦੇ ਵਿੱਚ ਜਾਂ ਜਾਣਾ ਚਾਹੋਗੇ? ਜੇ ਨਹੀਂ ਗਏ ਤਾਂ ਅਸੀਂ ਉਸ ਅੰਦੋਲਨ ਵਿੱਚ ਗਏ ਨਹੀਂ
ਨਹੀਂ ਆ, ਬਟ ਜਾਣਾ ਜ਼ਰੂਰ ਚਾਹਾਂਗੇ। ਅਸੀਂ ਪ੍ਰਿੰਸੀਪਲ ਮੈਮ ਦੇ ਨਾਲ ਇੱਥੇ ਰੈਲੀਆਂ ਕੱਢੀਆਂ ਹਨ, ਟਰੈਕਟਰ ਰੈਲੀਜ਼ ਨਿਕਾਲੀਆਂ ਹਨ, ਤਾਂ ਕਿ ਅਸੀਂ ਕਿਸਾਨ ਵੀਰਾਂ ਦੇ ਨਾਲ ਆਪਣਾ ਇੱਥੋਂ ਹੀ ਜਿਹੜਾ ਰੋਸ ਪ੍ਰਦਰਸ਼ਨ ਉੱਥੇ ਤੱਕ ਪਹੁੰਚਾ ਸਕੀਏ। ਸਾਡੇ ਪ੍ਰਿੰਸੀਪਲ ਮੈਮ ਉੱਥੇ ਜਾ ਕੇ ਆਏ ਹਨ ਔਰ ਉਹਨਾਂ ਨੇ ਸਾਨੂੰ ਪ੍ਰੋਮਿਸ ਵੀ ਕੀਤਾ ਹੈ ਕਿ ਅਗਰ ਸਾਨੂੰ ਜ਼ਰੂਰਤ ਪਈ ਤਾਂ ਅਸੀਂ ਆਪਣੇ ਸਟੂਡੈਂਟਸ, ਆਪਣੀਆਂ ਮਤਲਬ ਕਿ ਜਿੰਨੀਆਂ ਵੀ ਗਰਲਸ ਨੇ ਕਾਲਜ ਦੀਆਂ, ਅਸੀਂ ਸਾਰੇ ਉੱਥੇ ਜਾਵਾਂਗੇ ਤੇ ਅਸੀਂ ਉੱਥੇ ਜਾ ਕੇ ਆਪਣਾ ਰੋਸ ਪ੍ਰਦਰਸ਼ਨ ਕਰਾਂਗੇ। ਔਰ ਹਾਂ, ਮੈਨੂੰ ਇਹ ਫੀਲ ਹੋ ਰਿਹਾ ਅੰਦਰੋਂ ਕਿ ਹਾਂ ਸਾਨੂੰ ਜਾਣਾ ਜ਼ਰੂਰ ਚਾਹੀਦਾ ਹੈ ਔਰ ਹਾਂ ਅਸੀਂ ਅੰਦਰੋਂ ਚਾਹੁੰਦੇ ਹਾਂ ਕਿ ਹਾਂ ਅਸੀਂ ਜਾਣਾ ਚਾਹੀਏ। ਸਾਡੇ ਕਾਲਜ ਦੇ ਕਾਫੀ ਗਰਲਸ, ਆਲਮੋਸਟ ਕਿ ਸਾਰਾ ਕਾਲਜ ਹੀ ਚਾਹੁੰਦਾ ਹੈ ਕਿ ਹਾਂ ਅਸੀਂ ਜਾਈਏ ਉੱਥੇ ਤੇ ਆਪਣੇ ਕਿਸਾਨ ਵੀਰਾਂ ਦਾ ਸਪੋਰਟ ਕਰੀਏ। ਤੁਸੀਂ ਅੱਜ ਤੱਕ ਬਹੁਤ ਸਾਰੇ ਅੰਦੋਲਨ ਜਾਂ ਐਜੀਟੇਸ਼ਨਾਂ ਹੁੰਦੀਆਂ ਦੇਖੀਆਂ ਹੋਣਗੀਆਂ, ਕਦੀ ਤੁਹਾਡੇ ਪ੍ਰੋਫੈਸਰ ਸਾਹਿਬ ਨੇ ਜਾਂ ਪ੍ਰਿੰਸੀਪਲ ਸਾਹਿਬ ਨੇ ਇਹ ਗੱਲ ਕਹੀ ਕਿ ਤੁਸੀਂ ਜਾਓ, ਇਸ ਤੋਂ ਪਹਿਲਾਂ ਕਦੀ? ਸਰ ਐਕਚੁਅਲੀ ਅੰਦੋਲਨ ਜਿਹੜਾ ਮੈਨੂੰ ਲੱਗਦਾ ਕਿ ਇਹ ਅੱਜ ਤੱਕ ਦਾ ਸਭ ਤੋਂ ਵੱਡਾ ਅੰਦੋਲਨ ਚੱਲ ਰਿਹਾ ਹੈ ਨਾ। ਅੱਗੇ ਵੀ ਬਹੁਤ ਅੰਦੋਲਨ ਹੋਏ ਨੇ, ਬਟ ਹੁਣ ਇਹ ਜਿਹੜਾ ਅੰਦੋਲਨ ਚੱਲ ਰਿਹਾ ਬਹੁਤ ਵੱਡਾ ਅੰਦੋਲਨ ਹੈ। ਇਹਦੇ ਵਿੱਚ ਦੇਸ਼ ਦੇ ਹਰ ਇੱਕ ਬੰਦੇ ਨੂੰ ਉੱਥੇ ਜਾਣਾ ਚਾਹੀਦਾ ਤੇ ਉੱਥੇ ਜਾ ਕੇ ਫਾਰਮਰਸ ਦੀ ਸਪੋਰਟ ਕਰਨੀ ਚਾਹੀਦੀ ਹੈ। ਤੇ ਰਹੀ ਗੱਲ ਪ੍ਰਿੰਸੀਪਲ ਮੈਮ ਦੀ, ਔਰ ਪ੍ਰਿੰਸੀਪਲ ਮੈਮ ਸਾਨੂੰ ਕਾਲਜ ਦੇ ਵਿੱਚ ਆ ਕੇ ਸੱਚ ਨਾਲ ਲੜਨਾ ਸਿਖਾਉਂਦੇ ਹਨ, ਝੂਠ ਦੀ ਸਾਨੂੰ ਬੁਨਿਆਦ ਹੀ ਨਹੀਂ ਸਿਖਾਉਂਦੇ। ਤੇ ਅਸੀਂ ਜਿੱਥੇ ਸੱਚ ਹੋ ਰਿਹਾ ਹੋਏਗਾ ਉੱਥੇ ਅਸੀਂ ਜ਼ਰੂਰ ਜਾਵਾਂਗੇ ਤੇ ਪਹੁੰਚਾਂਗੇ। ਅਗਰ ਪ੍ਰਿੰਸੀਪਲ ਮੈਮ ਸਾਨੂੰ ਕਹਿੰਦੇ ਹਨ ਕਿ ਹਾਂ ਅਸੀਂ ਉੱਥੇ ਜਾਣਾ ਹੈ, ਅਸੀਂ ਤਾਂ ਵੀ ਜਾਵਾਂਗੇ। ਅਗਰ ਸਾਨੂੰ ਲੱਗਦਾ ਹੈ ਕਿ ਹਾਂ ਉੱਥੇ ਸੱਚੀ ਘਟਨਾ ਜਿਹੜੀ ਵਾਪਰ ਰਹੀ ਹੈ, ਅਸੀਂ ਤਾਂ ਵੀ ਜਾਵਾਂਗੇ। ਸੋ ਮੇਰੇ ਕੁਝ ਦੋ ਸਵਾਲ ਹੋਰ ਨੇ ਬੱਚਿਓ, ਕਿ ਤੁਸੀਂ ਬਾਰਡਰਾਂ ਤੇ ਕਦੀ ਗਏ ਹੋ? ਬਾਰਡਰਸ ਤਾਂ ਮੈਂ ਗਈ ਨਹੀਂ, ਬਟ ਮੈਂ ਦੇਖੇ ਜ਼ਰੂਰ ਹੈ। ਸੋ ਇਸ ਤਰ੍ਹਾਂ ਦਾ ਤੁਸੀਂ ਕਦੀ ਬਾਰਡਰ ਦੇਸ਼ ਦੇ ਅੰਦਰ ਦੇਖਿਆ ਜਿਹਦੇ ਉੱਤੇ ਫੈਂਸਿੰਗ ਵੀ ਲੱਗ ਗਈ ਹੋਵੇ, 4-4 ਫੁੱਟ ਚੌੜੀਆਂ ਦੀਵਾਰਾਂ ਵੀ ਲੱਗ ਗਈਆਂ ਹੋਣ? ਤੇ ਮੇਰੇ ਖਿਆਲ ਅਗਰ ਤੁਸੀਂ ਹਿੰਦੁਸਤਾਨ ਪਾਕਿਸਤਾਨ ਦਾ ਬਾਰਡਰ ਦੇਖੋ, ਉੱਥੇ ਸਿਰਫ ਫੈਂਸਿੰਗ ਤੋਂ ਇਲਾਵਾ ਇਹੋ ਜਿਹੀਆਂ ਦੀਵਾਰਾਂ ਤੱਕ ਨਹੀਂ ਹੈਗੀਆਂ। ਸੋ ਇਹੋ ਜਿਹੇ ਇੰਤਜ਼ਾਮ ਨਹੀਂ ਹੈਗੇ। ਇਹ ਦੇਸ਼ ਦੇ ਫਾਰਮਰ ਜੋ ਨਿਹੱਥੇ ਨੇ, ਉਹਨਾਂ ਦਾ ਆਪਣਾ ਜੋ ਸੰਦ ਹੈ, ਜਿਹੜਾ ਖੇਤੀ ਕਰਨ ਵਾਲਾ, ਉਹ ਟਰੈਕਟਰ ਆ ਸਿਰਫ ਉਹਨਾਂ ਦੇ ਕੋਲ, ਜਾਂ ਟਰਾਲੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜਾਂ ਦੇਸ਼ ਦੀ ਸੁਰੱਖਿਆ ਨੂੰ ਕਿਸ ਚੀਜ਼ ਦਾ ਡਰ ਲੱਗਦਾ? ਦੁਸ਼ਮਣ ਦੇਸ਼ ਦੇ ਵਿੱਚ ਤਾਂ ਸਿਰਫ ਕੰਡਿਆਲੀ ਤਾਰ ਹੈ, ਇੱਥੇ ਕੰਡਿਆਲੀਆਂ ਤਾਰਾਂ ਤੋਂ ਇਲਾਵਾ ਕਿੱਲ ਤੇ ਵੱਡੀਆਂ ਵੱਡੀਆਂ ਚੌੜੀ ਚੌੜੀਆਂ ਕੰਧਾਂ ਕਿਉਂ? ਅੱਜ ਤੋਂ ਪਹਿਲਾਂ ਇੱਦਾਂ ਦੇ ਬਾਰਡਰ ਤਾਂ ਅਸੀਂ ਦੇਖੇ ਨਹੀਂ ਸੀ, ਪਰ ਜੋ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਲਾ ਕੇ ਔਰ ਹੁਣ ਡਰਨ ਦੇ, ਇਹੀ ਕਹਿ ਸਕਦੇ ਕਿ ਉਹ ਡਰ ਰਹੇ ਨੇ, ਕਿਸਾਨਾਂ ਦਾ ਸਾਹਮਣਾ ਕਰਨ ਤੋਂ ਡਰ ਰਹੇ ਨੇ, ਤਾਂ ਹੀ ਐਡੇ ਐਡੇ ਕਿਸਾਨ ਤਾਂ ਹਥਿਆਰਬੰਦ ਨਹੀਂ ਹੈਗੇ। ਬਿਲਕੁਲ ਨਹੀਂ ਹੈਗੇ। ਫਿਰ ਡਰ ਕਿਸ ਗੱਲ ਦਾ? ਡਰ ਰਹੇ ਨੇ, ਡਰ ਇਸ ਗੱਲ ਦਾ ਕਿ ਕਿਸਾਨਾਂ ਦਾ ਸਾਹਮਣਾ ਉਹ ਕਿਵੇਂ ਕਰਨਗੇ ਜਿਹੜੇ ਉਹਨਾਂ ਨੇ ਕਾਲੇ ਕਾਨੂੰਨ ਰੱਦ ਕੀਤੇ ਹਨ, ਜਿਹੜੇ ਉਹ ਮਤਲਬ ਕਿ ਰੱਦ ਨਹੀਂ ਕਰ ਰਹੇ, ਲਾਏ ਹੋਏ ਹਨ। ਇੰਨੇ ਕੁ ਜ਼ਿਆਦਾ ਮਜਬੂਰ ਕਰ ਰਹੇ ਨੇ ਕਿਸਾਨਾਂ ਨੂੰ ਕਿ ਉਹ ਆਪਣਾ ਜਿਹੜਾ ਰੋਸ ਹੈ ਪ੍ਰਦਰਸ਼ਨ ਕਰ ਸਕਣ। ਬਟ ਕਿਸਾਨ ਵੀਰਾਂ ਨੇ ਇੰਨੀ ਕੁ ਜ਼ਿਆਦਾ ਆਪਣੀ ਉਹ ਦਿਖਾਈ ਹੈ ਅੰਦਰੋਂ, ਪ੍ਰਾਊਡ ਮੂਵਮੈਂਟ ਆਪਣਾ ਜਿਹੜਾ ਸਾਰਾ ਅੱਗੇ ਰੱਖਿਆ ਹੈ ਕਿ ਹਾਂ ਵੀ ਉਹ ਜਿਹੜੇ ਨੇ ਮੋਦੀ ਜੀ ਨੂੰ ਕਹਿਣਾ ਚਾਹੁੰਦੇ ਨੇ ਕਿ ਅਸੀਂ ਜਿੰਨੀ ਦੇਰ ਤੱਕ ਸ਼ਾਂਤ ਆ, ਪਲੀਜ਼ ਤੁਸੀਂ ਆਪਣਾ ਜਿਹੜਾ ਕਾਲਾ ਕਾਨੂੰਨ ਹੈ ਰੱਦ ਕਰ ਲਿਓ, ਬਟ ਉਹ ਨਹੀਂ ਕਰ ਰਹੇ। ਹੁਣ ਉਹਨਾਂ ਦੀ ਗਲਤੀ ਹੈ। ਜਿਹੜੇ ਬਾਰਡਰ ਦੀ ਤੁਸੀਂ ਗੱਲ ਕਰ ਰਹੇ ਸੀ ਕਿ ਹਾਂ ਬਾਰਡਰ ਉਹਨਾਂ ਨੇ ਲਗਾਇਆ ਹੋਇਆ, ਅੱਜ ਤੋਂ ਪਹਿਲਾਂ ਇਦਾਂ ਦਾ ਬਾਰਡਰ ਸੜਕਾਂ ਤੇ ਨਹੀਂ ਦੇਖਿਆ ਗਿਆ ਮੋਦੀ ਸਰਕਾਰ। ਸੋ ਮੇਰਾ ਆਖਰੀ ਸਵਾਲ ਹੈ, ਤੁਹਾਨੂੰ ਇਉਂ ਨਹੀਂ ਲੱਗਦਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਇਸ ਭਾਰਤ ਦੇਸ਼ ਦਾ ਸਿਰ ਪੂਰੀ ਦੁਨੀਆ ਦੇ ਵਿੱਚ ਇਹੋ ਜਿਹਾ ਕੰਮ ਕਰਕੇ ਨੀਵਾਂ ਕਰ ਦਿੱਤਾ? ਬਿਲਕੁਲ ਕਰ ਦਿੱਤਾ, ਬਿਕੋਜ਼ ਉਹਨਾਂ ਨੂੰ ਵੀ ਪਤਾ ਹੈ ਕਿ ਹਾਂ ਫਾਰਮਰਸ ਦੀ ਸਾਰੇ ਵਰਲਡ ਵਿੱਚ ਕੀ ਵੈਲਿਊ ਹੈ ਔਰ ਫਾਰਮਰਸ ਦੇ ਕਰਕੇ ਸਾਰਾ ਦੇਸ਼ ਚੱਲ ਰਿਹਾ ਹੈ। ਕਿਸਾਨ ਜਿਹੜੇ ਹਨ ਸਾਰਿਆਂ ਦੇ ਲਈ ਅੰਨ ਬੀਜਦੇ ਹਨ। ਅਗਰ ਅਸੀਂ ਕਹੀਏ ਕਿ ਹਾਂ ਸਾਡੇ ਵਿੱਚੋਂ ਕੋਈ ਆਮ ਬੰਦਾ ਜਾ ਕੇ ਕਿਸਾਨੀ ਕਰ ਲੇ ਤਾਂ ਉਹ ਤੁਹਾਡੇ ਵੱਸ ਦੀ ਗੱਲ ਨਹੀਂ ਹੋਏਗੀ, ਨਾ ਹੀ ਸਾਡੇ ਵੱਸ ਦੀ ਗੱਲ ਹੋਏਗੀ। ਅਸੀਂ ਨਹੀਂ ਕਰ ਸਕਦੇ। ਜੋ ਸਾਡਾ ਕਿਸਾਨ ਵੀਰ ਕਰ ਸਕਦਾ ਹੈ ਉਹ ਅਸੀਂ ਨਹੀਂ ਕਰ ਸਕਦੇ। ਉਹ ਸਾਰੇ ਦੇਸ਼ ਲਈ ਅਨਾਜ ਬੋ ਸਕਦਾ ਹੈ, ਸਾਰੇ ਦੇਸ਼ ਨੂੰ ਖਾਣਾ ਦੇ ਸਕਦਾ ਹੈ, ਅਸੀਂ ਲੋਕ ਉਹ ਨਹੀਂ ਕਰ ਸਕਦੇ। ਅਗਰ ਮੋਦੀ ਜੀ ਇਹੀ ਚਾਹੁੰਦੇ ਹਨ ਕਿ ਹਾਂ ਵੀ ਉਹ ਇਹ ਸਭ ਕਰ ਸਕਦੇ ਹਨ ਤਾਂ ਇਹ ਇੰਪੋਸੀਬਲ ਹੈ। ਕਿਸਾਨ ਤੋਂ ਬਿਨਾਂ ਦੇਸ਼ ਨਹੀਂ ਚੱਲ ਸਕਦਾ। ਸੋ ਕੋਈ ਨਾਰਾ ਕਿਸਾਨ ਵੀਰਾਂ ਦੇ ਹੱਕ ਦੇ ਵਿੱਚ ਲਗਾਉਣਾ ਚਾਹੋਗੇ? ਬਿਲਕੁਲ, ਨਾਰੇ ਤਾਂ ਲੱਗਦੇ ਹੀ ਆ ਰਹੇ ਹਨ ਔਰ ਅਸੀਂ ਲਗਾਉਂਦੇ ਹੀ ਆ ਰਹੇ ਹਾਂ। ਕਿਹੜਾ ਨਾਰਾ ਲਾਉਣਾ ਚਾਹੋਗੇ? ਜੈ ਜਵਾਨ ਜੈ ਕਿਸਾਨ, ਠੀਕ ਹੈ। ਨੋ ਫਾਰਮਰਸ ਔਰ ਨੋ ਫੂਡ। ਐਂਡ ਆਪਾਂ ਬਹੁਤ ਪ੍ਰਾਊਡ ਫੀਲ ਕਰਦੇ ਹਾਂ ਕਿ ਹਾਂ ਅਸੀਂ ਆਪਣੇ ਦੇਸ਼ ਲਈ ਕਿਸਾਨ, ਬਿਲਕੁਲ ਅਸੀਂ ਆਪਣੇ ਹਿੰਦੁਸਤਾਨ ਵਿੱਚ ਪੈਦਾ ਹੋਏ ਹਾਂ ਔਰ ਕਿਸਾਨੀ ਵੀਰਾਂ ਨਾਲ ਇੰਨਾ ਜ਼ਿਆਦਾ ਸਪੋਰਟ ਮਿਲ ਰਿਹਾ ਔਰ ਅੱਗੇ ਵੀ ਮਿਲੇਗਾ। ਔਰ ਉਹਨਾਂ ਨੂੰ ਇਹੀ ਮਤਲਬ ਕਿ ਆਪਾਂ ਅਪੀਲ ਕਰਦੇ ਹਾਂ ਕਿ ਤੁਸੀਂ ਉੱਥੇ ਜੁਟੇ ਰਹੋ। ਮੋਦੀ ਸਰਕਾਰ ਨੂੰ ਆਪਣਾ ਫੈਸਲਾ ਚੇਂਜ ਕਰਨਾ ਹੀ ਪਏਗਾ। ਸੋ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਇਹਨਾਂ ਬੱਚਿਆਂ ਦੇ ਬਿਲਕੁਲ ਕਲੋਜ਼ ਅਪ ਕਰਕੇ ਉਹ ਟੈਟੂਜ਼ ਜ਼ਰੂਰ ਦਿਖਾਏ ਜਾਣ, ਕਿਉਂਕਿ ਇਹ ਪ੍ਰਾਊਡ ਮੂਵਮੈਂਟ ਹੈ। ਇਹ ਪ੍ਰਾਊਡ ਮੂਵਮੈਂਟ ਹੈ ਇਹਨਾਂ ਬੱਚਿਆਂ ਦੇ ਲਈ। ਸੋ ਇਹ ਸਾਡੇ ਦੇਸ਼ ਦਾ ਭਵਿੱਖ ਨੇ। ਇਹ ਬੱਚੀਆਂ ਸਾਡੇ ਮੋਦੀ ਸਾਹਿਬ ਨੂੰ ਆਖਿਰ ਇਹਨਾਂ ਬੱਚਿਆਂ ਦੀ ਜਿਹੜੀ ਇਹ ਆਵਾਜ਼ ਸੁਣ ਲੈਣੀ ਚਾਹੀਦੀ ਆ ਕਿ ਮੋਦੀ ਸਾਹਿਬ ਤੁਸੀਂ ਹੁਣ ਬਜ਼ੁਰਗ ਹੋ ਗਏ ਹੋ, ਸਠਿਆ ਗਏ ਹੋ,
ਕੁਰਸੀ ਨੂੰ ਛੱਡ ਦਿਓ, ਆਪਣੀ ਹਿੰਡ ਨੂੰ ਛੱਡ ਦਿਓ। ਇਹ ਦੇਸ਼ ਇਹਨਾਂ ਬੱਚੀਆਂ ਦੇ ਹੱਥ ਦੇ ਵਿੱਚ ਆਉਣ ਵਾਲਾ, ਇਹ ਬੱਚੀਆਂ ਇਸ ਦੇਸ਼ ਦੀ ਵਾਗਡੋਰ ਸੰਭਾਲਣਗੀਆਂ। ਦੇਸ਼ ਇਹਨਾਂ ਦਾ ਵਾ, ਤੁਹਾਡਾ ਨਹੀਂ ਹੈ। ਤੁਸੀਂ ਵੀ ਆਪਣਾ ਯੋਗਦਾਨ ਪਾ ਲਿਆ, ਸੋ ਇਹਨਾਂ ਵਾਸਤੇ ਕੁਝ ਛੱਡ ਦਿਓ, ਇਹਨਾਂ ਦੇ ਭਵਿੱਖ ਨੂੰ ਦੇ ਲਈ ਕੁਛ ਨਾ ਕੁਛ ਛੱਡ ਦਿਓ। ਜਿਹੜੀ ਸਿੱਖਿਆ ਨੀਤੀਆਂ ਵੀ ਨੇ ਜਾਂ ਹੋਰ ਕੁਝੀਆਂ ਜਿਹੜੀਆਂ ਚੀਜ਼ਾਂ ਨੇ, ਜਿਹੜੇ ਹੋਰ ਕਾਲੇ ਕਾਨੂੰਨ ਬਣਾ ਰਹੇ ਹੋ, ਸੋ ਪਲੀਜ਼ ਉਹਨਾਂ ਨੇ ਰਿਕੁਐਸਟ ਕੀਤੀ ਹੈ ਕਿ ਉਹਨਾਂ ਨੂੰ ਵਾਪਸ ਲੈ ਲਿਆ ਜਾਏ। ਜੁੜੇ ਰਹੋ ਨੇਸ਼ਨ ਪੋਸਟ ਨਾਲ।